So students, in our previous lecture ਅਸੀਂ डिस्कस ਕੀਤਾ वेरियस ਵੈਲਡਿੰਗ पोजीशन ਦੇ ਬਾਰੇ ਚ। ਉਸ ਤੋਂ ਬਾਅਦ ਅਸੀਂ डिस्कस ਕੀਤਾ वेरियस ਵੈਲਡਿੰਗ ਟੈਕਨੀਕਸ। ਦੈਨ ਅਸੀਂ ਸਟੱਡੀ ਕੀਤੀਆਂ ਬੇਸਿਕ ਵੈਲਡਿੰਗ ਸਿੰਬਲਸ used to represent various types of welds, and then ਅਸੀਂ डिस्कस ਕੀਤਾ ਗੈਸ ਵੈਲਡਿੰਗ ਦੇ ਬਾਰੇ में। गैस ਵੈਲਡਿੰਗ ਦਾ ਪ੍ਰਿੰਸੀਪਲ ਆਪਰੇਸ਼ਨ ਕੀ ਹੈ, गैस ਵੈਲਡਿੰਗ ਦੀਆਂ ਕਿਹੜੀਆਂ ਫਲੇਮਸ ਦੀਆਂ ਟਾਈਪਸ ਨੇ। ਉਸ ਤੋਂ ਬਾਅਦ ਅਸੀਂ ਸਟੱਡੀ ਕੀਤੇ ਗੈਸ ਵੈਲਡਿੰਗ ਦੇ ਇਕਵਿਪਮੈਂਟ। ਸੋ ਅੱਜ ਅਸੀਂ ਸਟਾਰਟ ਕਰਦੇ ਹਾਂ ਐਪਲੀਕੇਸ਼ਨਸ ਆਫ ਗੈਸ ਵੈਲਡਿੰਗ ਦੇ ਨਾਲ। ਸੋ ਸਭ ਤੋਂ ਪਹਿਲੀ ਇਹਦੀ ਐਪਲੀਕੇਸ਼ਨ ਹੈ, ਇਟ ਇਜ਼ ਯੂਜ਼ਡ ਫॉर ਜੁਆਇਨਿੰਗ ਦੀ ਵਰਕਪੀਸ ਵਿਦ ਲੈਸ ਥਿਕਨੈਸ। then it is widely used for automotive and aircraft industries. Next is advantages of gas welding. So it is used for both ferrous as well as non-ferrous materials. So here ferrous materials ਉਹ materials ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਇਰਨ ਦੀ ਕੁਆਂਟੀਟੀ ਪਾਈ ਜਾਂਦੀ ਹੈ like steel, and non-ferrous materials ਉਹ materials ਨੇ ਜਿਨ੍ਹਾਂ ਦੇ ਵਿੱਚ ਆਇਰਨ ਦੀ ਕੁਆਂਟੀਟੀ ਨਹੀਂ ਪਾਈ ਜਾਂਦੀ ਹੈ, for example nickel. So next is equipment cost is low, maintenance cost is also less, rate of cooling and heating is relatively low, so it is suitable for thin sheet metals only. rate of cooling ਤੇ heating ਹੈ ਜੋ ਗੈਸ ਵੈਲਡਿੰਗ ਦਾ ਕਾਫੀ ਲੋ ਹੈ, ਇਸ ਲਈ ਇਹਨੂੰ thin sheet metals ਲਈ ਹੀ suitable ਮੰਨਿਆ ਜਾਂਦਾ ਹੈ। ਸੋ ਅਗਰ ਆਪਾਂ thick sheet metals ਨੂੰ ਵੈਲਡ ਕਰਨ ਜਾ ਰਹੇ ਹਾਂ ਤੇ ਗੈਸ ਵੈਲਡਿੰਗ ਦੇ ਨਾਲ ਉਹਦੀ ਕੋਸਟਿੰਗ ਕਾਫੀ ਜ਼ਿਆਦਾ ਆ ਜਾਂਦੀ ਹੈ। Next is disadvantages of gas welding. It is suitable for thin sections only. Heavy sections welding is not economical with gas welding. Flame takes long time to heat the metal. Acetylene and oxygen gases are little bit expensive as compared to other welding setups. So our next topic is flux. So flux ਦੇ ਬਾਰੇ ਜਾਣਕਾਰੀ ਪਾਉਂਦੇ ਹਾਂ। It is a chemical cleaning agent used to prevent oxidation of the base metal and filler materials. It also allows the filler material to flow easily on the workpiece. Otherwise, beads are formed over the welded surface. So beads ਦਾ ਮਤਲਬ ਕੀ ਆ, beads ਇੱਕ surface ਬਣਾਉਂਦੇ ਆ ਜਿਹੜਾ ਅੰਦਰੋਂ ਦੀ ਹੋਲੋ ਹੁੰਦਾ ਹੈ। ਸੋ ਵੈਲਡਿੰਗ ਦੇ ਲਈ ਅਗਰ ਇੱਦਾਂ ਦਾ ਜੁਆਇੰਟ ਬਣਨਾ ਜਿਹੜਾ ਉੱਪਰੋਂ ਦੀ ਸੋਲਿਡ ਦਿਖੇ ਤੇ ਅੰਦਰੋਂ ਦੀ ਹੋਲੋ ਦਿਖੇ, ਸੋ ਉਹ ਇੱਕ ਵੈਲਡਿੰਗ ਜੁਆਇੰਟ ਦੇ ਲਈ ਠੀਕ ਜੁਆਇੰਟ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਸਟਰੋਂਗ ਜੁਆਇੰਟ ਨਹੀਂ ਹੁੰਦਾ। ਸੋ ਨੈਕਸਟ ਇਜ਼ ਫੈਰਸ ਬੇਸ ਮੈਟਲ ਰਿਕੁਆਇਰਡ ਫਲਕਸ ਮੇਡ ਆਫ ਸੋਡੀਅਮ ਕਾਰਬੋਨੇਟ ਔਰ ਬੋਰੈਕਸ ਐਕਸੈਟਰਾ। ਸੋ ਅਲੱਗ-ਅਲੱਗ ਬੇਸ ਮੈਟਲਸ ਦੇ ਲਈ ਅਲੱਗ-ਅਲੱਗ ਫਲਕਸ ਜਿਹੜੇ ਨੇ ਉਹ ਰਿਕਮੈਂਡਡ ਕੀਤੇ ਗਏ ਨੇ। ਐਲੂਮੀਨੀਅਮ ਬੇਸ ਮੈਟਲ ਦੇ ਲਈ ਜੋ ਫਲਕਸ ਰਿਕੁਆਇਰਡ ਹੈ ਦੈਟ ਇਜ਼ ਪੋਟੈਸ਼ੀਅਮ ਕਲੋਰਾਈਡ ਜਾਂ ਫਿਰ ਲੀਥੀਅਮ ਕਲੋਰਾਈਡ ਐਕਸੈਟਰਾ। ਸੋ ਫਲਕਸਿਸ ਨੂੰ ਅਸੀਂ ਕੀ ਕਰਦੇ ਹਾਂ, ਪਾਊਡਰ ਫਾਰਮ 'ਚ ਜਾਂ ਫਿਰ ਲਿਕੁਇਡ ਫਾਰਮ 'ਚ ਜਾਂ ਪੇਸਟ ਦੇ ਫਾਰਮ 'ਚ ਅਪਲਾਈ ਕਰਦੇ ਹਾਂ ਫਿਲਰ ਮਟੀਰੀਅਲ ਜਾਂ ਫਿਰ ਫਿਲਰ ਰੋਡ ਦੇ ਉੱਪਰ। ਫਲਕਸ ਕਾਫੀ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਵੈਲਡਿੰਗ 'ਚ। ਸੋ ਅਗਰ ਅਸੀਂ ਗਲਤ ਫਲਕਸ ਜਾਂ ਫਿਰ ਪੂਅਰ ਐਪਲੀਕੇਸ਼ਨ ਟੈਕਨੀਕ ਨੂੰ ਯੂਜ਼ ਕਰਦੇ ਹਾਂ ਤਾਂ ਜੁਆਇੰਟ ਦੀ ਕੁਆਲਿਟੀ 'ਤੇ ਇਫੈਕਟ ਪੈ ਸਕਦਾ ਹੈ। ਸੋ ਜਿਹੜਾ ਫਲਕਸ ਹੈ ਵੈਲਡਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਸੋ ਨੈਕਸਟ ਅਸੀਂ ਸਟੱਡੀ ਕਰਾਂਗੇ ਅਬਾਊਟ ਆਰਕ ਵੈਲਡਿੰਗ ਜਾਂ ਫਿਰ ਇਲੈਕਟ੍ਰਿਕ ਆਰਕ ਵੈਲਡਿੰਗ ਦੇ ਬਾਰੇ 'ਚ। Arc welding is a welding process in which heat is generated by an electric arc struck between an electrode and the workpiece. So arc welding ਕੀ ਹੈ, ਇੱਕ welding process ਹੈ ਜਿਹਦੇ ਵਿੱਚ ਜਿਹੜੀ heat ਆ ਉਹ ਕਿੱਦਾਂ ਬਣਦੀ ਆ electric arc ਦੇ ਨਾਲ, ਜਿਹੜੀ ਪ੍ਰੋਡਿਊਸ ਕਿੱਦਾਂ ਹੁੰਦੀ ਹੈ ਇਲੈਕਟ੍ਰੋਡ ਤੇ ਵਰਕਪੀਸ ਨੂੰ ਸਟ੍ਰਾਈਕ ਕਰਵਾ ਕੇ ਜਦੋਂ ਆਪਾਂ ਉਹਨਾਂ ਨੂੰ ਪਾਵਰ ਸਪਲਾਈ ਦਿੰਦੇ ਹਾਂ। Electric arc is luminous electric discharge between two electrodes through ionized gas. Any arc welding method is based on an electric circuit consisting of following parts. ਕੋਈ ਵੀ ਇਲੈਕਟ੍ਰਿਕ ਆਰਕ ਵੈਲਡਿੰਗ ਹੈ ਉਹਦੇ ਵਿੱਚ ਫੋਲੋਇੰਗ ਪਾਰਟਸ ਜਿਹੜੇ ਨੇ ਉਹ ਹੁੰਦੇ ਨੇ। ਫਸਟ ਆਫ ਆਲ ਸਭ ਤੋਂ ਪਹਿਲਾਂ ਆਉਂਦਾ ਜੀ ਪਾਵਰ ਸਪਲਾਈ। ਪਾਵਰ ਸਪਲਾਈ ਸਾਡੇ ਕੋਲ ਦੋ ਤਰ੍ਹਾਂ ਦੀ ਹੈ, ਫਸਟ ਇਜ਼ ਆਲਟਰਨੇਟਿੰਗ ਕਰੰਟ ਐਂਡ ਸੈਕਿੰਡ ਇਜ਼ ਡਾਇਰੈਕਟ ਕਰੰਟ।
ਉਸ ਤੋਂ ਬਾਅਦ ਆ ਜਾਂਦਾ ਜੀ ਵੈਲਡਿੰਗ ਇਲੈਕਟ੍ਰੋਡ। ਵੈਲਡਿੰਗ ਇਲੈਕਟ੍ਰੋਡ ਕੀ ਹੈ, ਜਿਹੜੀ ਅਸੀਂ ਫਿਲਰ ਮੈਟਲ ਦੀ ਰੋਡ ਨੂੰ ਯੂਜ਼ ਕਰਦੇ ਹਾਂ, ਹੀਟ ਕਰਕੇ ਮੈਲਟ ਕਰਦੇ ਹਾਂ ਐਂਡ ਡਿਪੋਜ਼ਿਟ ਕਰਵਾਉਂਦੇ ਹਾਂ ਜਿੱਥੇ ਅਸੀਂ ਜੁਆਇੰਟ ਬਣਾਉਣਾ ਹੁੰਦਾ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਵਰਕਪੀਸ। ਵਰਕਪੀਸ ਜਿਹਨੂੰ ਆਪਾਂ ਵੈਲਡ ਕਰਨਾ ਉਹਨੂੰ ਆਪਾਂ ਵਰਕਪੀਸ ਕਹਿੰਦੇ ਆ। ਉਸ ਤੋਂ ਬਾਅਦ ਆਉਂਦਾ ਜੀ ਵੈਲਡਿੰਗ ਲੀਡਸ, ਇਲੈਕਟ੍ਰਿਕ ਕੇਬਲਸ ਜਿਹੜੀਆਂ ਕਿ ਕਨੈਕਟ ਕਰਦੀਆਂ ਇਲੈਕਟ੍ਰੋਡ ਐਂਡ ਵਰਕਪੀਸ ਨੂੰ ਪਾਵਰ ਸਪਲਾਈ ਦੇ ਨਾਲ। So next is electric arc between the electrode and workpiece closes the electric circuit. The arc temperature may reach at 10,000 degree Fahrenheit or 5,500 degrees Celsius, which is sufficient for fusion the workpiece edges and joining them. When a long joint is required, the arc is moved along the joint line. The front edge of the weld pool melts the welded surfaces when the rear edge of the welded pool solidifies, forming the joint. ਹੁਣ ਅਸੀਂ ਇਲੈਕਟ੍ਰਿਕ ਆਰਕ ਵੈਲਡਿੰਗ ਕੰਮ ਕਿੱਦਾਂ ਕਰਦੀ ਹੈ ਇਹ ਅਸੀਂ ਇਸ ਫਿਗਰ ਦੀ ਹੈਲਪ ਦੇ ਨਾਲ ਸਮਝਦੇ ਹਾਂ। ਇਸ ਪੂਰੇ ਸੈਟਅਪ ਦੇ ਵਿੱਚ ਇੱਕ ਪਾਵਰ ਸਪਲਾਈ ਸੋਰਸ ਹੈ ਜਿਹਦੇ ਇੱਕ ਐਂਡ ਨੂੰ ਅਸੀਂ ਵਰਕਪੀਸ ਦੇ ਨਾਲ ਜੋੜਦੇ ਹਾਂ ਤੇ ਜਿਹੜਾ ਦੂਸਰਾ ਐਂਡ ਹੈ ਉਹਨੂੰ ਅਸੀਂ ਇਲੈਕਟ੍ਰੋਡ ਦੇ ਨਾਲ ਜੋੜਦੇ ਹਾਂ, ਜਨਰਲੀ ਜਿਹਨੂੰ ਆਪਾਂ ਵੈਲਡਿੰਗ ਰੋਡ ਦੇ ਨਾਮ ਤੋਂ ਵੀ ਜਾਣਦੇ ਹਾਂ। ਜਦੋਂ ਅਸੀਂ ਪਾਵਰ ਸਪਲਾਈ ਨੂੰ ਔਨ ਕਰਦੇ ਹਾਂ ਸੋ ਆਰਕ ਵੈਲਡਿੰਗ ਪਰਫਾਰਮ ਹੁੰਦੀ ਹੈ ਹੀਟ ਦੀ ਹੈਲਪ ਦੇ ਨਾਲ, ਜੋ ਇਲੈਕਟ੍ਰਿਕ ਆਰਕ ਪ੍ਰੋਡਿਊਸ ਕਰਦੀ ਹੈ ਇਸ ਜਗ੍ਹਾ। ਆਰਕ ਨੂੰ ਜਨਰੇਟ ਕਰਨ ਲਈ ਵੈਲਡਰਸ ਬੇਸਿਕਲੀ ਕੀ ਕਰਦੇ ਨੇ, ਇਲੈਕਟ੍ਰੋਡ ਨੂੰ ਵਰਕਪੀਸ ਦੇ ਨਾਲ ਹਲਕਾ ਜਿਹਾ ਟੱਚ ਕਰਵਾਉਂਦੇ ਨੇ, ਇਲੈਕਟ੍ਰੋਡ ਨੂੰ ਬਹੁਤ ਘੱਟ ਡਿਸਟੈਂਸ ਤੇ ਫਿਰ ਉੱਪਰ ਲਿਫਟ ਕਰਦੇ ਨੇ ਐਂਡ ਆਰਕ ਜਨਰੇਟ ਹੁੰਦੀ ਹੈ। ਇਸ ਪ੍ਰੋਸੈਸ ਦੇ ਨਾਲ ਇੱਕ ਜ਼ੋਨ ਕ੍ਰੀਏਟ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਾਜ਼ਮਾ। ਇਹ ਕੀ ਹੈ, ਇੱਕ ਆਇਓਨਾਈਜ਼ਡ ਗੈਸ ਦਾ ਐਟਮੋਸਫੇਅਰ ਕ੍ਰੀਏਟ ਹੁੰਦਾ ਹੈ। ਆਇਓਨਾਈਜ਼ਡ ਗੈਸ ਦਾ ਮਤਲਬ ਕੀ ਹੈ, ਉਹ ਗੈਸ ਜਿਸ ਵਿੱਚ ਫ੍ਰੀ ਇਲੈਕਟ੍ਰੋਨਸ ਨੂੰ એનર્ਜੀ ਮਿਲਦੀ ਹੈ। ਸੋ ਇਹ ਗੈਸ ਕਦੋਂ ਬਣਦੀ ਹੈ, ਜਦੋਂ ਗੈਸ ਦੇ ਮੋਲੀਕਿਊਲਸ ਨੂੰ ਬਹੁਤ ਜ਼ਿਆਦਾ ਹੀਟ ਮਿਲਦੀ ਹੈ। ਹੁਣ ਇਸ ਤੋਂ ਬਾਅਦ ਆਰਕ ਦੇ ਨਾਲ ਜੋ ਹੀਟ ਪ੍ਰੋਡਿਊਸ ਹੁੰਦੀ ਹੈ ਉਹ ਬੇਸ ਮੈਟਲ ਨੂੰ ਐਂਡ ਇਲੈਕਟ੍ਰੋਡ ਦੀ ਰੋਡ ਨੂੰ ਮੈਲਟ ਕਰਦੀ ਹੈ। ਜਿੱਦਾਂ ਹੀ ਮੋਲਟਨ ਮੈਟਲ ਦੇ ਡ੍ਰੌਪਲੇਟਸ ਜਿੱਥੇ ਅਸੀਂ ਜੁਆਇੰਟ ਬਣਾਉਣਾ ਹੈ ਉੱਥੇ ਡਿਪੋਜ਼ਿਟ ਹੋਣਾ ਸਟਾਰਟ ਕਰਦੇ ਨੇ ਤੇ ਉਹਨਾਂ ਨੂੰ ਇੱਕ ਸ਼ੀਲਡਡ ਐਟਮੋਸਫੇਅਰ ਮਿਲਦਾ ਹੈ ਗੈਸ ਦਾ, ਜਿਹੜਾ ਫਲਕਸ ਕੋਟਿੰਗ ਦੀ ਡੀਕੰਪੋਜੀਸ਼ਨ ਦੇ ਨਾਲ ਬਣਦਾ ਹੈ। ਪ੍ਰੀਵੀਅਸ ਸਲਾਈਡਸ ਦੇ ਵਿੱਚ ਅਸੀਂ ਫਲਕਸ ਦੀ ਇੰਪੋਰਟੈਂਸ ਕੀ ਹੈ ਉਹਦੇ ਬਾਰੇ ਗੱਲ ਕੀਤੀ ਸੀ। ਫਲਕਸ ਕੀ ਕਰਦਾ, ਬੇਸਿਕਲੀ ਜਿਹੜਾ ਲਿਕੁਇਡ ਮੈਟਲ ਡਿਪੋਜ਼ਿਟ ਹੋ ਰਿਹਾ ਵਰਕਪੀਸ ਦੇ ਉੱਪਰ ਉਹਨੂੰ ਆਕਸੀਡੇਸ਼ਨ ਤੋਂ ਜਾਂ ਫਿਰ ਰਸਟਿੰਗ ਤੋਂ ਬਚਾਉਂਦਾ ਹੈ, ਕਿਉਂਕਿ ਜਦੋਂ ਵੀ ਕੋਈ ਵੀ ਮੈਟਲ ਆਪਣੀ ਲਿਕੁਇਡ ਫਾਰਮ ਦੇ ਵਿੱਚ ਹੁੰਦਾ ਜਾਂ ਮੈਲਟਡ ਫਾਰਮ ਦੇ ਵਿੱਚ ਹੁੰਦਾ ਆ ਉਹ ਬਹੁਤ ਜ਼ਿਆਦਾ ਪ੍ਰੋਨ ਹੁੰਦਾ ਆ ਫॉर ਆਕਸੀਡੇਸ਼ਨ ਜਾਂ ਫਿਰ ਰਸਟਿੰਗ ਤੇ। ਸੋ ਇਹ ਐਟਮੋਸਫੇਅਰ ਦੇ ਨਾਲ ਇੱਕ ਮੋਲਟਨ ਸਲੈਗ ਜਾਂ ਫਿਰ ਵੇਸਟ ਮੈਟਲ ਬਣਦਾ ਹੈ ਜੋ ਸੋਲਿਡਿਫਿਕੇਸ਼ਨ ਦੇ ਦੌਰਾਨ ਮੈਟਲ ਨੂੰ ਆਕਸੀਡੇਸ਼ਨ ਜਾਂ ਫਿਰ ਰਸਟਿੰਗ ਤੋਂ ਬਚਾਉਂਦਾ ਹੈ। ਸੋ ਇਹ ਸਾਰਾ ਜੋ ਮੈਂ ਤੁਹਾਨੂੰ ਐਕਸਪਲੇਨ ਕੀਤਾ ਇਹਦੀ ਹੈਲਪ ਦੇ ਨਾਲ ਤੁਸੀਂ ਸਮਝ ਪਾਓਗੇ ਕਿ ਇਲੈਕਟ੍ਰਿਕ ਆਰਕ ਵੈਲਡਿੰਗ ਹੈ ਜੋ ਕੰਮ ਕਿੱਦਾਂ ਕਰਦੀ ਹੈ। ਸੋ ਨੈਕਸਟ ਇਜ਼ ਆਰਕ ਵੈਲਡਿੰਗ ਮਸ਼ੀਨ equipment. These machines are of single operator static transformer type. For manual operations in industries, machines with 200, 300, 400 ampere ratings are used. Normal shops ਜਾਂ ਫਿਰ light industries ਦੇ ਲਈ 150 ampere rating ਤੱਕ ਦੀਆਂ machines ਨੂੰ use ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ equipments ਦੀ। ਸਭ ਤੋਂ ਪਹਿਲਾ equipment ਹੈ welding power source। power source ਆਪਾਂ ਗੱਲ ਕਰ ਚੁੱਕੇ ਹਾਂ AC ਜਾਂ ਫਿਰ DC power source। ਉਸ ਤੋਂ ਬਾਅਦ ਆਉਂਦਾ ਹੈ ਜੀ ਇਲੈਕਟ੍ਰੋਡ ਹੋਲਡਰ, ਜਿਹੜਾ ਕਿ ਇਲੈਕਟ੍ਰੋਡ ਨੂੰ ਫਿਲਰ ਮੈਟਲ ਰੋਡ ਨੂੰ ਹੋਲਡ ਕਰਦਾ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਨੇ ਇਲੈਕਟ੍ਰੋਡ ਹੋਲਡਰ। ਗਰਾਊਂਡ ਕਲੈਂਪ। ਉਸ ਤੋਂ ਬਾਅਦ ਆ ਜਾਂਦੀਆਂ ਜੀ ਵੈਲਡਿੰਗ ਦੀਆਂ ਕੇਬਲਸ। ਅਸੈਸਰੀ ਦੇ ਵਿੱਚ ਆ ਜਾਂਦਾ ਜੀ ਚਿਪਿੰਗ ਹੈਮਰ। ਚਿਪਿੰਗ ਹੈਮਰ ਆਪਾਂ ਯੂਜ਼ ਕਰਦੇ ਹਾਂ ਜਦੋਂ ਵੀ ਜੁਆਇੰਟ ਸੋਲਿਡ ਬਣ ਜਾਂਦਾ ਹੈ। ਸੋਲਿਡ ਬਣਨ ਤੋਂ ਬਾਅਦ ਉਹਦੇ ਉੱਪਰ ਚਿਪਸ ਡਿਪੋਜ਼ਿਟ ਹੋ ਜਾਂਦੀ ਹੈ, ਚਿਪਸ ਨੂੰ ਰਿਮੂਵ ਕਰਨ ਦੇ ਲਈ ਆਪਾਂ ਚਿਪਿੰਗ ਹੈਮਰ ਦਾ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਜੀ ਵਾਇਰ ਬ੍ਰਸ਼। ਸੋ ਇਹਦੇ ਨਾਲ ਹੀ ਵਾਇਰ ਬ੍ਰਸ਼ ਹੈ, ਵਾਇਰ ਬ੍ਰਸ਼ ਦੇ ਨਾਲ ਵੀ ਆਪਾਂ ਚਿਪਸ ਨੂੰ ਉੱਪਰੋਂ ਦੀ ਰਿਮੂਵ ਕਰ ਦਿੰਦੇ ਹਾਂ। ਚਿਪਿੰਗ ਹੈਮਰ ਨੂੰ ਬੇਸਿਕਲੀ ਅਸੀਂ ਸਰਫੇਸ ਨੂੰ ਸਮੂਥ ਕਰਨ ਦੇ ਲਈ ਜਾਂ ਫਲੈਟ ਕਰਨ ਦੇ ਲਈ
यूज करते हैं। सो वायर ब्रश की करता है उपरों दी क्लीन कर दिंदा है जिहड़ा जॉइंट दा सरफेस हुंदा है। सो अगला प्रोटेक्टिव इक्विपमेंट है हेलमेट एंड ग्लोव्स। सो नैक्सट असी गल करते हैं AC आर्क वैल्डिंग की मशीन की ते DC आर्क वैल्डिंग की मशीन की। सो अगर AC आर्क वैल्डिंग मशीन की गल करिए ये स्टैटिक ट्रांसफॉर्मर टाइप मशीन होंदियां हैं ਜਿਹੜੀਆਂ कि आर्क स्टेबलाइजिंग कैपेसिटर के नाल इक्विप्ड होंदियां। कैपेसिटर ਜਿਹੜੇ ने ਇੱਥੇ बहुत जरूरी ने क्योंकि जो आर्क बनती है आर्क ਨੂੰ कंट्रोल करना ਤੇ स्टेबल करना भी बहुत जरूरी है। सो ਇੱਥੇ कैपेसिटर का रोल बहुत इंपॉर्टेंट प्ले होंदा है। सो करंट सैटिंग आ ਜਿਹੜੀ ਉਹਨੂੰ ਆਪਾਂ कंट्रोल करते हैं दो तरीके ਦੇ ਨਾਲ। ਤੁਹਾਡੇ सामने अगर ਤੁਸੀਂ देख पा रहे हो तो एक है एडजस्टिंग क्रैंक टाइप मशीन, राइट साइड ਤੇ है प्लगिंग डिवाइस मशीन। सो एडजस्टिंग क्रैंक टाइप मशीन ਦੇ ਵਿੱਚ ਆਪਾਂ ਕੀ ਕਰਦੇ ਹਾਂ ਇਸ क्रैंक हैंडल ਨੂੰ रोटेट करके अपनी एम्पेयर रेटिंग है ਜਿਹੜੀ ਉਹ ਸੈੱਟ ਕਰ ਲੈਂਦੇ ਹਾਂ। ਜਿੰਨੀ ਵੀ एम्पेयर रेटिंग ਦੀ ਸਾਨੂੰ ਰਿਕੁਆਇਰਮੈਂਟ ਹੈ ਅਸੀਂ क्रैंक ਨੂੰ रोटेट करके क्लॉकवाइज डायरेक्शन ਦੇ ਵਿੱਚ एम्पेयर रेटिंग इंक्रीज ਕਰਦੇ ਹਾਂ ਜਾਂ एंटी क्लॉकवाइज रोटेट करके एम्पेयर रेटिंग ਨੂੰ ਘਟਾ ਦਿੰਦੇ ਹਾਂ। ਸੋ ਇਹ ਪੁਰਾਣੀ ਟੈਕਨੋਲੋਜੀ ਦੀ ਮਸ਼ੀਨ ਸੀ। ਹੁਣ ਜਿਹੜੀ ਨਵੀਂ ਟੈਕਨੋਲੋਜੀ ਆ ਉਹਦੇ ਵਿੱਚ ਕੀ ਆ ਸਲੋਟ ਬਣੇ ਹੋਏ ਆ ਜਿਹੜੇ ਸਲੋਟ ਦੇ ਵਿੱਚ ਅਸੀਂ ਕੇਬਲ ਨੂੰ ਪਲੱਗ ਇਨ ਕਰਦੇ ਹਾਂ उस एम्पेयर रेटिंग की वैल्डिंग ਨੂੰ ਅਸੀਂ परफॉर्म कर सकते हैं। सो नैक्सट ਅਸੀਂ गल करते हैं DC आर्क वैल्डिंग की। इन दिस रैक्टीफायर या फिर जनरेटर है वो ਅਸੀਂ यूज करते हैं। इन AC वैल्डिंग मेन सप्लाई इज 200 या फिर 440 वोल्ट्स, 3 फेज सप्लाई जिन्होंने आप कह सकते हैं। सो वर्किंग वोल्टेज जी होंगी AC वैल्डिंग के लिए दैट इज 80 to 100 वोल्ट्स। ਇੰਨੀ ही वोल्टेज की रिक्वायरमेंट होंगी है जो भी AC वैल्डिंग परफॉर्म हो रही होंगी है। तो आर्क ਨੂੰ जनरेट करने के लिए ਜਿਹੜੀ वोल्टेज की रिक्वायरमेंट है दैट इज 30 to 40 वोल्ट्स। फॉर DC वैल्डिंग की अगर गल करिए वर्किंग वोल्टेज एज कंपेयर टू AC आर्क वैल्डिंग घट है दैट इज 60 to 80 वोल्ट्स। एंड फॉर स्ट्राइकिंग दी आर्क ਜਿਹੜੀ वोल्टेज की रिक्वायरमेंट है दैट इज 15 to 25 वोल्ट्स। इन रैक्टीफायर DC आर्क वैल्डिंग ਦੇ ਵਿੱਚ ਜਿਹੜੇ ਰੈਕਟੀਫਾਇਰਸ ਆ ਉਹ ਕਿੱਦਾਂ ਕੰਮ ਕਰਦੇ ਆ ਜਿਹੜੀ ਪਾਵਰ ਹੈ ਸਭ ਤੋਂ ਪਹਿਲਾਂ ਉਹਨੂੰ ਆਪਾਂ ਸਟੈਪ ਡਾਊਨ ਕਰਦੇ ਆ ਵਿਦ ਦੀ ਹੈਲਪ ਆਫ ਟਰਾਂਸਫਾਰਮਰ। ਸੋ ਇੰਨੀ ਜ਼ਿਆਦਾ ਵੋਲਟੇਜ ਦੀ ਜਿਹੜੀ ਪਾਵਰ ਆ ਉਹਦੀ ਵੋਲਟੇਜ ਨੂੰ ਘਟਾਉਣ ਦੇ ਲਈ ਅਸੀਂ ਸਟੈਪ ਡਾਊਨ ਟਰਾਂਸਫਾਰਮਰ ਯੂਜ਼ ਕਰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਸਿਲੀਕੋਨ ਕੰਟਰੋਲਡ ਰੈਕਟੀਫਾਇਰ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਕਿ AC ਨੂੰ DC ਦੇ ਵਿੱਚ ਕਨਵਰਟ ਕੀਤਾ ਜਾ ਸਕੇ। ठीक है जी। सो AC DC आर्क वैल्डिंग की रैक्टीफायर टाइप ऑफ मशीन। ਜਿਹੜੀ अदर टाइप ऑफ मशीन है दैट इज जनरेटर। ਇਹਦੇ ਵਿੱਚ ਕੀ ਕਰਦੇ ਆ ਅਸੀਂ ਜਨਰੇਟਰ ਨੂੰ ਚਲਾਉਂਦੇ ਆ ਵਿਦ ਦੀ ਹੈਲਪ ਆਫ AC ਇੰਡਕਸ਼ਨ ਮੋਟਰ। ਬੇਸਿਕਲੀ ਅਗਰ ਅਸੀਂ ਪੂਰੀ ਦੀ ਪੂਰੀ ਇਲੈਕਟ੍ਰਿਕ ਆਰਕ ਵੈਲਡਿੰਗ ਦੀ ਗੱਲ ਕਰੀਏ ਤੇ ਇਹ ਕੀ ਹੈ ਇੱਕ ਲੋ ਵੋਲਟੇਜ ਹਾਈ ਐਂਪੀਅਰ ਕਰੰਟ ਰਿਕੁਆਇਰਮੈਂਟ ਹੁੰਦੀ ਹੈ ਇਲੈਕਟ੍ਰਿਕ ਆਰਕ ਵੈਲਡਿੰਗ ਦੇ ਵਿੱਚ। ਸੋ ਉਹਨੂੰ ਜਿਹੜੀ लो वोल्टेज ਆ ਨੂੰ ਆਪਾਂ यूज ਕਰਦੇ ਹਾਂ ਆਰਕ ਨੂੰ ਮੇਨਟੇਨ ਕਰਨ ਦੇ ਲਈ ਤੇ ਆਰਕ ਨੂੰ ਜਨਰੇਟ ਕਰਨ ਦੇ ਲਈ। ਸੋ ਨੈਕਸਟ ਇਜ਼ ਇਫੈਕਟ ਆਫ ਪੋਲੈਰਿਟੀ। ਇਫੈਕਟ ਆਫ ਪੋਲੈਰਿਟੀ ਦੇ ਵਿੱਚ DC ਜਿਹੜੀ ਵੈਲਡਿੰਗ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਪੋਲੈਰਿਟੀਜ਼ ਆਉਂਦੀਆਂ। ਇੱਕ ਆਉਂਦੀ ਹੈ DC ਸਟ੍ਰੇਟ ਪੋਲੈਰਿਟੀ ਐਂਡ ਇੱਕ ਆਉਂਦੀ ਹੈ DC ਰਿਵਰਸ ਪੋਲੈਰਿਟੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ DC ਸਟ੍ਰੇਟ ਪੋਲੈਰਿਟੀ ਦੀ। इस पोलैरिटी ਦੇ ਵਿੱਚ ਜਿਹੜਾ ਵਰਕਪੀਸ ਹੈ ਉਹਨੂੰ ਅਸੀਂ ਪੋਜ਼ਿਟਿਵ ਟਰਮੀਨਲ ਦੇ ਨਾਲ ਕਨੈਕਟ ਕਰਦੇ ਹਾਂ ਤੇ ਜਿਹੜਾ ਇਲੈਕਟ੍ਰੋਡ ਦੀ ਰੋਡ ਹੈ ਉਹਨੂੰ ਅਸੀਂ ਨੈਗੇਟਿਵ ਟਰਮੀਨਲ ਦੇ ਨਾਲ ਕਨੈਕਟ ਕਰਦੇ ਹਾਂ। ਦਿਸ ਪੋਲੈਰਿਟੀ ਇਜ਼ ਯੂਜ਼ਡ ਵੈਨ ਮੋਰ ਹੀਟ ਇਜ਼ ਰਿਕੁਆਇਰਡ ਐਟ ਦੀ ਵਰਕਪੀਸ। ਜਦੋਂ ਸਾਨੂੰ ਵਰਕਪੀਸ ਤੇ ਸਭ ਤੋਂ ਜ਼ਿਆਦਾ ਹੀਟ ਦੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਇਹ ਵਾਲੀ ਪੋਲੈਰਿਟੀ ਉਦੋਂ ਯੂਜ਼ ਕਰਦੇ ਹਾਂ। ਅਗਰ ਫੋਰ ਐਗਜ਼ਾਮਪਲ ਅਸੀਂ ਗੱਲ ਕਰੀਏ ਅਗਰ ਥਿਕਨੈਸ ਆਫ ਸ਼ੀਟ ਜ਼ਿਆਦਾ ਹੈ ਜਾਂ ਮਟੀਰੀਅਲ ਜਿਹੜਾ ਅਸੀਂ ਜੁਆਇਨ ਕਰਨਾ ਉਹਦੀ ਥਰਮਲ ਕੰਡਕਟਿਵਿਟੀ ਕਾਫੀ ਜ਼ਿਆਦਾ ਹੈ। ਫੋਰ ਐਗਜ਼ਾਮਪਲ ਅਗਰ ਗੱਲ ਕਰਦੇ ਹਾਂ ਐਲੂਮੀਨੀਅਮ ਐਂਡ ਕੋਪਰ ਸਾਨੂੰ ਸਾਰਿਆਂ ਨੂੰ ਪਤਾ ਇਹਨਾਂ ਦੀ ਥਰਮਲ ਕੰਡਕਟਿਵਿਟੀ ਕਾਫੀ ਜ਼ਿਆਦਾ ਹੈ। ਸੋ ਇਨ ਦਿਸ ਕੇਸ 1/3 ਹੀਟ ਹੈ ਜਿਹੜੀ ਉਹ ਇਲੈਕਟ੍ਰੋਡ ਤੇ ਜਨਰੇਟ ਹੋਏਗੀ। 1/3 ਦਾ ਮਤਲਬ ਹੈ 33% ਅਬਾਊਟ ਅਪਰੋਕਸੀਮੇਟਲੀ 33% ਆਫ ਹੀਟ ਹੈ ਜਿਹੜੀ ਉਹ ਇਲੈਕਟ੍ਰੋਡ ਤੇ ਜਨਰੇਟ ਹੋ ਰਹੀ ਹੈ ਤੇ ਰਿਮੇਨਿੰਗ 66% ਆਫ ਜਿਹੜੀ ਹੀਟ ਹੈ ਉਹ ਵਰਕਪੀਸ ਨੂੰ ਮਿਲ ਰਹੀ ਹੈ। ਸੋ ਆਪਾਂ DC ਸਟ੍ਰੇਟ ਪੋਲੈਰਿਟੀ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਵਰਕਪੀਸ ਨੂੰ ਜ਼ਿਆਦਾ ਹੀਟ ਸਪਲਾਈ ਕਰਨੀ ਹੋਵੇ ਤੇ ਇਲੈਕਟ੍ਰੋਡ ਨੂੰ ਘੱਟ। ਹੁਣ ਅਸੀਂ ਗੱਲ ਕਰਦੇ ਹਾਂ DC ਰਿਵਰਸ ਪੋਲੈਰਿਟੀ ਦੀ। DC ਰਿਵਰਸ ਪੋਲੈਰਿਟੀ ਦੇ ਵਿੱਚ
वर्कपीस है वो जिहड़ा कनैक्ट किया जाता है नैगेटिव टर्मिनल दे नाल, जिन्हों आपां कैथोड भी कह सकते हैं, एंड जिहड़ा इलैक्ट्रोड है उन्होंने असी कनैक्ट करते हाँ पॉजिटिव टर्मिनल दे नाल। हुण जिद्दां असी डीसी स्ट्रेट पोलैरिटी दा पढ़िया, जदों सानू वर्कपीस ते ज़्यादा हीट चाहिए सी, असी वर्कपीस नू पॉजिटिव टर्मिनल दे नाल कनैक्ट किया, इलैक्ट्रोड नू नैगेटिव दे नाल। सो हुण सानू अगर वर्कपीस नू हीट घट देनी है तो असी की करांगे, वर्कपीस नू नैगेटिव दे नाल कनैक्ट करांगे ते जिहड़ा इलैक्ट्रोड है साडा ओनू पॉजिटिव दे नाल। सो ओहदे नाल की होएगा 1/3 जिहड़ी हीट है 33% ऑफ जिहड़ी हीट है वो वर्कपीस नू मिलेगी। ठीक है जी। जिहड़ी 66% जिन्हों आप 2/3 भी कह सकते हैं, 66% ऑफ जिहड़ी हीट है वो इलैक्ट्रोड नू मिलेगी। ठीक है जी। सो ये सी डीसी स्ट्रेट पोलैरिटी एंड डीसी रिवर्स पोलैरिटी। अगर असी एसी करंट की गल करते हैं, when AC current is used there is no fixed polarity। AC करंट दे विच polarity फिक्स नहीं रहती है, क्योंकि अगर तुसी पढ़िया होवे AC करंट की जिहड़ी साइन वेव डायग्राम है, अगर तुसी वो देखी होवे उहदे विच करंट की वैल्यू 2 बार 0 आती है एक साइकिल दे विच। सो इस वैल्यू नू जीरो तो वर्किंग वोल्टेज दे विच लियाउण दे लई सानू वर्किंग ऑर्डर दे विच या वर्किंग करंट दे विच लियाउण दे लई सानू हाई वोल्टेज की रिक्वायरमेंट है। इसीलिए अगर तुसी पिछे अगर असी देखिया होवे, नोट किया होवे, तां AC वैल्डिंग दे विच जिहड़ी वर्किंग वोल्टेज है दैट इज 80 to 100 वोल्ट्स। DC दे विच जिहड़ी वर्किंग वोल्टेज है वो घट है एज कंपेयर टू AC वैल्डिंग। सो नैक्सट असी स्टडी करते हैं डिफरेंस बिटवीन DC स्ट्रेट पोलैरिटी, DC रिवर्स पोलैरिटी एंड AC वैल्डिंग। काफ़ी बार तुहाडे एग्जाम्स दे विच 5 मार्क्स क्वेश्चन भी आया है कि DC स्ट्रेट, DC रिवर्स एंड AC वैल्डिंग दे विच जिहड़ा डिफरेंस है वो दसो। तो पहला डिफरेंस है 1/3 हीट इज जनरेटेड एट इलैक्ट्रोड एंड 2/3 एट दी वर्कपीस। असी स्टडी कर चुके हैं। सो डीसी रिवर्स दे विच है 2/3 हीट इज जनरेटेड एट इलैक्ट्रोड एंड 1/3 एट दी वर्कपीस। AC वैल्डिंग दे विच देयर इज इक्वल हीट डिस्ट्रीब्यूशन, इलैक्ट्रोड नू भी उन्नी हीट मिलेगी ते वर्कपीस नू भी उन्नी ही हीट मिलेगी। नेक्स्ट इज डीप पेनिट्रेशन इज ऑब्टेन्ड इन दिस टाइप ऑफ वेल्डिंग। इस टाइप ऑफ वेल्डिंग दे विच जिहड़ी पेनिट्रेशन है वो डीप मिलती है। लीस्ट पेनिट्रेशन किहदे विच मिलती है, DC रिवर्स दे विच, एंड नॉर्मल पेनिट्रेशन मिलती है AC वेल्डिंग दे विच। थर्ड नंबर पे आंदा जी एवरेज आर्क वोल्टेज इन आर्गन एटमोसफेयर इज 12 वोल्ट्स, एवरेज आर्क वोल्टेज इन आर्गन इज 19 वोल्ट्स, एवरेज आर्क वोल्टेज इन आर्गन इज 16 वोल्ट्स। लास्ट है इलेक्ट्रोड रन्स कोल्डर दैन AC और DC रिवर्स पोलैरिटी वेल्डिंग। इलैक्ट्रोड नू ओबीयसली अगर 33% ऑफ हीट मिलेगी तो एज कंपेयर टू अदर वेल्डिंग टाइप्स वो ठंडा रहेगा। DC रिवर्स पोलैरिटी की अगर गल करते हैं ये वर्कपीस ज़्यादा ठंडा रहेगा। AC वैल्डिंग की अगर गल करते हैं इलैक्ट्रोड ते वर्कपीस दोनों ही जड़े ने उन्होंने इक्वल हीट मिलेगी। सो स्टूडेंट्स ये सी साडा अज दा लैक्चर, जिहदे विच असी एडवांटेजिस, डिसएडवांटेजिस, एप्लीकेशंस गैस वैल्डिंग दी स्टडी कीतियां। इलैक्ट्रिक आर्क वैल्डिंग दा प्रिंसीपल ऑपरेशन चंगी तरह स्टडी किया। उस तो बाद असी स्टडी किया इलैक्ट्रिक आर्क वैल्डिंग दे विच किहड़े-किहड़े इक्विपमेंट्स ने जिहड़े यूज हुंदे आ। इलैक्ट्रिक आर्क वैल्डिंग दे विच जिहड़ी AC वैल्डिंग आ उहदे विच आपां किहड़ी मशीन यूज करदे आ, ते DC दे विच असी किहड़ी चीज़ यूज करते हैं, रैक्टीफायर एंड जनरेटर 1। उस तो बाद असी स्टडी किया इफैक्ट ऑफ पोलैरिटी, पोलैरिटी नूं जदों स्ट्रेट किया जाता है तो वर्कपीस एंड इलैक्ट्रोड किहड़े-किहड़े टर्मिनल्स नाल कनैक्टेड ने। AC वैल्डिंग दे विच पोलैरिटी का इफैक्ट जो है वो नॉर्मल रहिंदा है। तो ये सी साडा अज दा लैक्चर। अपने नैक्सट लैक्चर दे विच असी स्टडी करांगे टाइप्स ऑफ इलैक्ट्रोड्स दे बारे, किहड़ियां-किहड़ियां इलैक्ट्रोड्स हुंदियां ने, एंड अदर वैल्डिंग मैथड्स उन्होंने असी स्टडी करांगे। थैंक यू।